अस्सलाम वालेकुम। मैं चौधरी काशफ ते ਅਸੀਂ ਜਨੂਬੀ ਪੰਜਾਬ ਵਾਲੇ ਲੋਕ ਪਤਾ ਨਹੀਂ ਵਾਕਈ ਬੇਵਕੂਫ ਆ, ਸਾਡੇ ਜਾਂ ਚਿਹਰੇ ਦੇ ਉੱਤੇ ਬੇਵਕੂਫ ਲਿਖਿਆ ਹੋਇਆ ਹੈ, ਜਾਂ ਪਤਾ ਨਹੀਂ ਸਾਨੂੰ ਵੈਸੇ ਹੀ ਜਿਹੜੇ ਜਨੂਬੀ ਪੰਜਾਬ ਵਾਲੇ ਲੋਕ ਨੇ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਔਰ ਸਾਨੂੰ ਜਗ੍ਹਾ ਜਗ੍ਹਾ ਤੋਂ ਲੁੱਟਿਆ ਜਾਂਦਾ ਹੈ ਵੀ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਯਾਰ ਇਸ ਜਗ੍ਹਾ ਤੋਂ ਲੁੱਟੇ ਜਾ ਰਹੇ ਹਾਂ। ਔਰ ਇਹ ਹੁਣ ਤੋਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ। ਅਗਰ ਅਸੀਂ ਇਹ ਕਹੀਏ ਕਿ ਸਾਡੇ ਜਨੂਬੀ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੱਡੀ ਸੀਟ ਨਹੀਂ ਆਈ ਤੇ ਇਹ ਵੀ ਗਲਤ ਗੱਲ ਹੈ, ਕਿਉਂਕਿ ਸਾਡਾ ਮੁਲਤਾਨ ਦੇਖ ਲਈਏ, ਸਾਡਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਦੇਖ ਲਈਏ, ਇਹ ਤੋਂ ਸਦਰ ਤੋਂ ਲੈ ਕੇ ਸਦਰ, ਵਜ਼ੀਰ ਆਜ਼ਮ, ਵਜ਼ੀਰ ਆਲਾ, तमाम तर ਸੀਟਾਂ ਜਿਹੜੀਆਂ ਨੇ ਉਹ ਵੀ ਇੱਥੇ ਮੌਜੂਦ ਰਹੀਆਂ ਨੇ। ਲੇਕਿਨ ਉਹਦੇ ਬਾਵਜੂਦ ਸਾਡੇ ਜਨੂਬੀ ਪੰਜਾਬ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀ ਅੱਜ ਤੱਕ ਕਿਸਮਤ ਨਹੀਂ ਬਦਲੀ ਜਾ ਸਕੀ। ਉਹ ਅੱਜ ਤੱਕ ਵੀ ਮੁਖਤਲਿਫ ਤਰੀਕਿਆਂ ਦੇ ਨਾਲ ਲੁੱਟੇ ਜਾ ਰਹੇ ਨੇ। ਅੱਜ ਜਿਹੜਾ ਮੈਂ ਲੁੱਟਣ ਲਟਾਉਣ ਦੀਆਂ ਗੱਲਾਂ ਕਰਨ ਡਿਆ, ਇਹਦਾ ਮੇਨ ਮਕਸਦ ਜਿਹੜਾ ਹੈ ਉਹ ਇੱਕ ਥੋੜੇ ਦਿਨ ਪਹਿਲੇ ਹੀ ਸਾਨੂੰ ਇੱਥੇ ਟੋਲ ਪਲਾਜ਼ਿਆਂ ਦੇ ਨਾਮ ਦੇ ਉੱਤੇ ਨਾ ਲੁੱਟਿਆ ਜਾ ਰਿਹਾ ਹੈ। ਡਿਸਟ੍ਰਿਕਟ ਕੋਟਕਪੂਰਾ ਦੇ ਇਲਾਕੇ ਦੇ ਵਿੱਚੋਂ ਅਗਰ ਤੁਸੀਂ ਮੁਲਤਾਨ ਜਾਣਾ ਹੋਵੇ ਤੇ 60 ਕਿਲੋਮੀਟਰ ਦੇ ਏਰੀਆ ਦੇ ਵਿੱਚ 3 ਜਗ੍ਹਾ ਦੇ ਉੱਤੇ ਤੁਹਾਨੂੰ ਟੋਲ ਪਲਾਜ਼ਾ ਅਦਾ ਕਰਨਾ ਪਏਗਾ। ਉਸ ਤੋਂ ਬਾਅਦ ਹੀ ਤੁਸੀਂ ਮੁਲਤਾਨ ਸ਼ਹਿਰ 'ਚ ਐਂਟਰ ਹੋਵੋਗੇ। ਮਤਲਬ ਕਿ ਤਹਿਸੀਲ ਸਰਵਰ ਸ਼ਹੀਦ ਦਾ ਇਲਾਕਾ ਹੈ, ਜਿੱਥੋਂ ਤੁਸੀਂ ਅਗਰ ਮੁਲਤਾਨ ਜਾਣਾ ਹੋਵੇ ਤੇ ਸਭ ਤੋਂ ਪਹਿਲੇ ਚੌਕ ਸਰਵਰ ਸ਼ਹੀਦ ਤੋਂ 2 ਕਿਲੋਮੀਟਰ ਸ਼ੁਮਾਲ ਸਾਈਡ ਦੇ ਉੱਤੇ ਤੁਸੀਂ ਉੱਥੇ ਟੋਲ ਪਲਾਜ਼ਾ ਅਦਾ ਕਰੋਗੇ, ਜਿਹੜਾ ਕਿ ਅਗਰ ਤੁਸੀਂ ਕਾਰ ਦੇ ਉੱਤੇ ਜਾ ਰਹੇ ਹੋ ਤਾਂ 30 ਰੁਪਏ, ਅਗਰ ਵੱਡੀਆਂ ਗੱਡੀਆਂ ਉੱਤੇ ਜਾ ਰਹੇ ਹੋ ਤਾਂ ਉਸ ਹਿਸਾਬ ਦੇ ਨਾਲ ਉਹਦਾ ਟੋਲ ਪਲਾਜ਼ਾ ਜਿਹੜਾ ਹੈ ਉਹ ਵੀ ਵੱਧ ਜਾਏਗਾ। ਸਭ ਤੋਂ ਪਹਿਲਾਂ ਤੁਸੀਂ ਉਹ ਟੋਲ ਪਲਾਜ਼ਾ ਅਦਾ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਸਫ਼ਰ ਕਰਦੇ ਹੋ ਕਿ ਤੁਸੀਂ ਪਠਾਨਕੋਟ ਦੇ ਪਹੁੰਚਦੇ ਹੋ। ਤਕਰੀਬਨ 20 ਤੋਂ 22 ਕਿਲੋਮੀਟਰ ਦਾ ਇਹ ਸਫ਼ਰ ਹੈ। ਉੱਥੇ ਜਾ ਕੇ ਫਿਰ ਇੱਕ ਨਵਾਂ ਟੋਲ ਪਲਾਜ਼ਾ ਬਣਾ ਦਿੱਤਾ ਗਿਆ ਹੈ। ਉੱਥੇ ਜਾ ਕੇ ਫਿਰ ਤੁਸੀਂ ਉਹਦੇ ਪੈਸੇ ਅਦਾ ਕਰੋਗੇ। ਪੈਸੇ ਅਦਾ ਕਰਨ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਮੁਲਤਾਨ ਵਾਲੀ ਸਾਈਡ ਤੇ ਜਿਸ ਟਾਈਮ ਨਿਕਲੋਗੇ ਤੇ ਠੀਕ ਉੱਥੇ 20 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਤੀਸਰਾ ਟੋਲ ਪਲਾਜ਼ਾ ਉੱਥੇ ਮਿਲ ਜਾਏਗਾ। ਤੁਸੀਂ ਉਹ ਤੀਸਰਾ ਟੋਲ ਪਲਾਜ਼ਾ ਅਦਾ ਕਰੋਗੇ। ਤੀਸਰਾ ਟੋਲ ਪਲਾਜ਼ਾ ਅਦਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਚੱਲ ਜਾਵੋ। ਮੇਰੇ ਨਹੀਂ ਖਿਆਲ ਦੇ ਵਿੱਚ ਕਿ ਪੂਰਾ ਤੁਸੀਂ ਪਾਕਿਸਤਾਨ ਘੁੰਮ ਲਵੋ ਕਿਸੇ ਵੀ ਐਸੀ ਜਗ੍ਹਾ ਦੇ ਉੱਤੇ ਕਿ ਤੁਸੀਂ 60 ਕਿਲੋਮੀਟਰ ਦਾ ਸਫ਼ਰ ਤੈਅ ਕਰੋ ਤਾਂ ਤੁਸੀਂ ਉੱਥੇ 3 ਟੋਲ ਪਲਾਜ਼ੇ ਦੇ ਕੇ ਜਾਵੋ। ਇਹ ਸਾਰਾ ਦਾ ਸਾਰਾ ਜ਼ੁਲਮ ਜਿਹੜਾ ਹੈ ਇਹ ਡਿਸਟ੍ਰਿਕਟ ਕੋਟਕਪੂਰਾ ਵਾਲੀ ਆਵਾਮ ਨਾਲ ਹੀ ਕਿਉਂ? ਪੂਰੇ ਪਾਕਿਸਤਾਨ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਦੀਗਰ ਤਾਂ ਕਿਤੇ ਐਸੀ ਜਗ੍ਹਾ ਮੌਜੂਦ ਨਹੀਂ ਹੈ ਮੇਰੇ ਖਿਆਲ ਨਾਲ, ਕਿਉਂਕਿ ਬਾਕੀ ਵੀ ਦੋਸਤ ਸਫ਼ਰ ਕਰਦੇ ਹੋਣਗੇ। ਜਿੰਨਾ ਸਫ਼ਰ ਮੈਂ ਕੀਤਾ ਤੇ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਕਿ ਕਿਤੇ ਐਸੀ ਕਿ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਹਾਨੂੰ 3 ਟੋਲ ਪਲਾਜ਼ੇ ਆ ਜਾਣ, ਤੁਸੀਂ ਉਹ 3 ਟੋਲ ਪਲਾਜ਼ੇ ਕ੍ਰਾਸ ਕਰੋ। ਔਰ ਜਿਹੜਾ ਕਿ ਇੰਤਹਾਈ ਪਸਮਾਨਦਾ ਤਰੀਨ ਇਲਾਕਾ ਹੈ ਤੇ ਇਹਨੂੰ ਇਸ ਹਿਸਾਬ ਨਾਲ ਲੁੱਟਿਆ ਜਾ ਰਿਹਾ ਹੈ। ਮਤਲਬ ਇਹ ਕਿ ਅਗਰ ਟੋਲ ਪਲਾਜ਼ੇ ਦੀ ਜਗ੍ਹਾ ਕਿਸੇ ਹੋਰ ਜਗ੍ਹਾ ਤੇ ਵੀ ਹੈ ਤੇ ਉਹਨੂੰ ਵੀ ਲਿਆਣ ਕੇ ਗਲਤ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਂਦਾ ਹੈ। ਉਹਨੂੰ ਉੱਥੇ ਜਾ ਕੇ ਫਿਕਸ ਕਰ ਦਿੱਤਾ ਜਾਂਦਾ ਹੈ ਕਿ ਹਾਂਜੀ ਤੁਸੀਂ ਇੱਥੇ ਬਹਿ ਕੇ ਲੁੱਟੋ, ਤੁਹਾਨੂੰ ਕੋਈ ਨਹੀਂ ਪੁੱਛਣ ਦੱਸਣ ਵਾਲਾ। ਸਾਡੀ ਇੰਤਜ਼ਾਮੀਆਂ ਵੀ ਇਹਦੇ ਉੱਤੇ ਖੁਸ਼ ਹੈ, ਸਾਡੇ ਸਿਆਸਤਦਾਨ ਵੀ ਇਹਦੇ ਉੱਤੇ ਖੁਸ਼ ਨੇ ਕਿ ਠੀਕ ਹੈ, ਆਵਾਮ ਲੁੱਟੀ ਜਾ ਰਹੀ ਹੈ, ਗਰੀਬ ਆਵਾਮ ਲੁੱਟੀ ਜਾ ਰਹੀ ਹੈ, ਕੋਈ ਮਸਲਾ ਲੁੱਟਣ ਦਿਓ। ਉਸ ਤੋਂ ਬਾਅਦ ਇਹ ਅਗਰ ਦੇਖਿਆ ਜਾਵੇ ਤੇ ਦਰਿਆਏ ਚਨਾਬ ਦੇ ਕਿਨਾਰੇ ਜਿਹੜਾ ਮੁਲਤਾਨ ਵਾਲਾ ਲਾਸਟ ਜਿਹੜਾ ਟੋਲ ਪਲਾਜ਼ਾ ਹੈ ਇਹ ਪਹਿਲੇ ਇੱਕ ਹਿੱਸੇ ਦੇ ਵਿੱਚ ਸੀ। ਇਹਨੂੰ ਕੀ ਕੀਤਾ ਕਿ ਇੰਤਜ਼ਾਮੀਆ ਦੀ ਮਿਲੀ ਭਗਤ ਨਾਲ ਇਹਨੂੰ 2 ਹਿੱਸੇ ਤਕਸੀਮ ਕਰ ਦਿੱਤਾ ਗਿਆ ਕਿ ਇੱਕ ਸਾਈਡ ਇਹਦੀ ਦਰਿਆ ਦੀ ਮੁਲਤਾਨ ਵਾਲੀ ਸਾਈਡ ਤੇ ਲੈ ਗਏ ਔਰ ਦੂਸਰੀ ਜਿਹੜੀ ਇਹਦੀ ਸਾਈਡ ਸੀਗੀ ਉਹ ਦਰਿਆ ਤੋਂ ਮੁਜ਼ੱਫਰਗੜ੍ਹ ਵਾਲੀ ਸਾਈਡ ਤੇ, ਮਤਲਬ 2 ਹਿੱਸੇ ਤਕਸੀਮ ਇਹਨੂੰ ਕਰ ਦਿੱਤਾ। ਔਰ ਇਹਨੂੰ ਇਹ ਕਿਹਾ ਜੀ ਕਿ ਇਹਨੂੰ ਇੱਕ ਸਾਈਡ ਤੋਂ ਅਸੀਂ ਆਉਣ ਵਾਲੇ ਕੋਲੋਂ ਟੋਲ ਟੈਕਸ ਲਵਾਂਗੇ ਤੇ ਇੱਕ ਸਾਈਡ ਤੋਂ ਅਸੀਂ ਜਿਹੜੇ ਦੂਸਰੀ ਸਾਈਡ ਤੋਂ ਮੁਲਤਾਨ ਵਾਲੀ ਸਾਈਡ ਤੋਂ ਆਉਣਗੇ ਅਸੀਂ ਉਹਨਾਂ ਕੋਲੋਂ ਟੋਲ ਟੈਕਸ ਲਵਾਂਗੇ। ਉਹਦੀ ਇੱਕ ਮੇਨ ਰੀਜ਼ਨ ਇਹ ਸੀ ਕਿ ਠੇਕੇਦਾਰ ਨੇ ਮਿਲੀ ਭਗਤ ਕੀਤੀ ਇੰਤਜ਼ਾਮੀਆ ਦੇ ਨਾਲ। ਮਿਲੀ ਭਗਤ ਇਸ ਵਜ੍ਹਾ ਤੋਂ ਕੀਤੀ ਗਈ ਕਿਉਂਕਿ ਮੁਲਤਾਨ ਦੇ ਜਿਹੜੇ ਲੋਕ ਸੀ ਉਹ ਜਿਸ ਟਾਈਮ ਜਨਾਬ ਰੁਤਿਕ ਰੈਸਟੋਰੈਂਟ ਹੈ ਬੜਾ ਮਸ਼ਹੂਰ ਮਾਰੂਫ, ਉੱਥੇ ਜਦੋਂ ਆਉਂਦੇ ਸਨ ਉੱਥੇ ਮਤਲਬ ਸੈਰੋ ਤਫਰੀਹ ਵਾਸਤੇ ਜਾਂ ਦਰਿਆ ਦੀ ਸੈਰ ਕਰਨ ਵਾਸਤੇ ਜਿਹੜੇ ਲੋਕ ਉੱਥੇ ਆਉਂਦੇ ਸਨ ਤੇ ਉਹ ਟੋਲ ਟੈਕਸ ਅਦਾ ਨਹੀਂ ਸੀ ਕਰਦੇ ਕਿਉਂਕਿ ਉਹ ਮੁਲਤਾਨ ਦੇ ਸ਼ਹਿਰੀ ਉੱਥੋਂ ਆਉਂਦੇ ਸੀ, ਉਧਰੋਂ ਚਲੇ ਜਾਂਦੇ ਸੀ। ਟੋਲ ਪਲਾਜ਼ੇ ਵਾਲੇ ਨੇ ਇੰਤਜ਼ਾਮੀਆ ਦੇ ਨਾਲ ਮਿਲੀ ਭਗਤ ਕੀਤੀ ਕਿ ਜਨਾਬ ਉੱਥੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੋ ਸਕਦਾ ਹੈ, ਲਿਹਾਜ਼ਾ ਤੁਸੀਂ ਸਾਨੂੰ ਇਜਾਜ਼ਤ ਦਿਓ, ਅਸੀਂ ਇੱਕ ਬੂਥ ਜਿਹੜਾ ਹੈ ਉਹ ਪਰਲੀ ਸਾਈਡ ਤੇ ਬਣਾ ਲੈਂਦੇ ਹਾਂ ਔਰ ਅਸੀਂ ਉੱਥੇ ਬਹਿ ਕੇ ਲੁੱਟਾਂਗੇ। ਉਹਦੀ ਬਕਾਇਦਾ ਇੱਕ ਜਿਹੜੀ ਤਕਸੀਮ ਹੈ ਉਹ ਆਪਸ ਵਿੱਚ ਕਰ ਲਈ ਗਈ ਔਰ ਉਹਨੂੰ ਉਹ ਸਾਈਡ ਤੇ ਸ਼ਿਫਟ ਕਰ ਦਿੱਤਾ ਗਿਆ ਦਰਿਆ ਦੇ ਦੂਸਰੀ ਸਾਈਡ ਤੇ ਵੀ। ਉੱਥੇ ਹੁਣ ਕੀ ਹੁੰਦਾ ਹੈ, ਬਾਜ਼ੂ ਕਾਤ ਜਿਹੜੇ ਲੋਕ ਨੇ ਉੱਥੇ ਜਾ ਕੇ ਭੁੱਲ ਜਾਂਦੇ ਨੇ ਔਰ ਉਹਨਾਂ ਨੂੰ 4 ਟੋਲ ਪਲਾਜ਼ੇ ਦੇਣੇ ਪੈਂਦੇ ਨੇ। ਮਤਲਬ ਪਹਿਲੇ ਦਰਿਆ ਦੀ ਜਦੋਂ ਉਰਲੀ ਸਾਈਡ ਕ੍ਰਾਸ ਕਰਨਗੇ ਉੱਥੇ ਟੋਲ ਪਲਾਜ਼ਾ ਦੇਣਗੇ, ਫਿਰ ਜਿਸ ਟਾਈਮ ਪਰਲੀ ਸਾਈਡ ਤੇ ਜਾਣਗੇ ਜਿਹੜਾ ਨਵਾਂ ਬੰਦਾ ਨੂੰ ਨਹੀਂ ਸਮਝ ਆਉਂਦੀ ਉਹ ਸਮਝਦਾ ਕਿ ਸ਼ਾਇਦ ਇਹ ਮੁਲਤਾਨ ਦੀ ਹਦੂਦ ਦਾ ਟੋਲ ਪਲਾਜ਼ਾ ਹੈ, ਉਹਦੇ ਜਾ ਕੇ ਫਿਰ ਟੋਲ ਪਲਾਜ਼ਾ ਦਿੰਦਾ ਹੈ। ਮਤਲਬ ਉਹ 4 ਟੋਲ ਪਲਾਜ਼ੇ ਦੇ ਕੇ ਡਿਸਟ੍ਰਿਕਟ ਕੋਟਕਪੂਰਾ ਦੇ ਵਿੱਚੋਂ ਮੁਲਤਾਨ ਦੇ ਅੰਦਰ ਇੰਟਰ ਹੁੰਦਾ ਹੈ 60 ਕਿਲੋਮੀਟਰ ਦੇ ਏਰੀਆ ਦੇ ਅੰਦਰ। ਇਸ ਹੱਦ ਤੱਕ ਜ਼ੁਲਮ ਕੀਤਾ ਜਾ ਰਿਹਾ ਹੈ ਜਨੂਬੀ ਪੰਜਾਬ ਦੀ ਜਿਹੜਾ ਕਿ ਪਸਮਾਨਦਾ ਤਰੀਨ ਇਲਾਕਾ ਹੈ ਡਿਸਟ੍ਰਿਕਟ ਕੋਟਕਪੂਰਾ ਜਾਂ ਡਿਸਟ੍ਰਿਕਟ ਮੁਜ਼ੱਫਰਗੜ੍ਹ ਦਾ, ਕਿ ਇਹਨਾਂ ਨੂੰ 60 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ 4 ਜਗ੍ਹਾ ਦੇ ਉੱਤੇ ਲੁੱਟਿਆ ਜਾ ਰਿਹਾ ਔਰ ਕੋਈ ਪੁੱਛਣ ਦੱਸਣ ਵਾਲਾ ਨਹੀਂ, ਨਾ ਕੋਈ ਇੰਤਜ਼ਾਮੀਆ ਨਾ ਕੋਈ ਸਿਆਸਤਦਾਨ ਕਿ ਤੁਸੀਂ ਇਹ ਕੀ ਕਰ ਰਹੇ ਹੋ।
ਆਏ ਦਿਨ ਰੋਜ਼ ਨਵੇਂ ਤੋਂ ਨਵਾਂ ਟੈਕਸ ਲਗਾ ਦਿੱਤਾ ਜਾਂਦਾ ਹੈ, ਆਏ ਦਿਨ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਸਟ੍ਰੈਟਜੀ ਆਵਾਮ ਦੇ ਉੱਤੇ ਮੁਸਲਤ ਕਰਕੇ ਬੇੜਾ ਗਰਕ ਕਰਨ ਦੇ ਉੱਤੇ ਤੁਲੇ ਹੋਏ ਨੇ। ਲੇਕਿਨ ਇਹਦੇ ਤੇ ਨਾ ਕੋਈ ਸਿਆਸਤਦਾਨ, ਨਾ ਸਾਡੀ ਕੋਈ ਇੰਤਜ਼ਾਮੀਆ ਦਾ ਬੰਦਾ, ਕੋਈ ਬੰਦਾ ਵੀ ਬੋਲਣ ਚਲਾਉਣਾ ਤੇ, ਜਦਕਿ ਸਾਡੀ ਆਵਾਮ ਵੀ ਜਿਹੜੀ ਹੈ ਇਹਨਾਂ ਦਾ ਉਹ ਹਿਸਾਬ ਹੈ ਕਿ ਇਹ 100 ਲਿੱਤਰ ਵੀ ਖਾਂਦੀ ਹੈ ਤੇ 100 ਗੰਡੇ ਵੀ ਖਾਂਦੀ ਹੈ। ਔਰ ਜਿਵੇਂ ਕਿ ਕੋਈ ਸੇ ਇਲਾਕੇ ਦਾ ਕੋਈ ਬਾਦਸ਼ਾਹ ਸੀ ਨਾ, ਤੇ ਉਹ ਜਦੋਂ ਬਾਦਸ਼ਾਹ ਦੀ ਸੀਟ ਦੇ ਉੱਤੇ ਬੈਠਾ ਤੇ ਉਹਨੇ ਵਜ਼ੀਰ ਨੂੰ ਆਖਿਆ, ਉਹਨੇ ਕਿਹਾ ਯਾਰ ਮੈਂ ਬਾਦਸ਼ਾਹ ਬਣਿਆ ਤੇ ਮੇਰੇ ਕੋਲ ਲੋਕ ਨਹੀਂ ਆ ਰਹੇ, ਕੋਈ ਸ਼ਿਕਾਇਤਾਂ ਲੈ ਕੇ ਨਹੀਂ ਆ ਰਹੇ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਕੋਈ ਮਸਲਾ ਨਹੀਂ, ਆਪਣੇ ਕੋਲ ਇੱਕ ਦਰਿਆ ਹੈ ਤੇ ਦਰਿਆ ਦੇ ਉੱਤੋਂ ਜਦੋਂ ਲੋਕ ਗੁਜ਼ਰਦੇ ਨੇ ਨਾ ਤੇ ਉੱਥੇ ਆਪਾਂ ਬੰਦੇ ਖੜੇ ਕਰ ਦਿੰਦੇ ਨੇ ਜਿਹੜੇ ਹਰ ਆਉਣ ਵਾਲੇ ਨੂੰ 5 ਲਿੱਤਰ ਮਾਰਨਗੇ ਤੇ ਦਰਿਆ ਕ੍ਰਾਸ ਕਰਾਉਣਗੇ। ਉਹਨਾਂ ਨੇ ਐਵੇਂ ਕੀਤਾ ਕਿ ਵਜ਼ੀਰ ਨੇ ਉੱਥੇ ਬੰਦੇ ਖੜੇ ਕਰ ਦਿੱਤੇ, ਮਤਲਬ ਕਿ ਜਿਹੜਾ ਬੰਦਾ ਆਵੇ ਉਹਨੂੰ 5 ਲਿੱਤਰ ਮਾਰਨ ਤੇ ਉਹ ਦਰਿਆ ਕ੍ਰਾਸ ਕਰਾਉਣ। ਕੁਛ ਅਰਸਾ ਗੁਜ਼ਰਿਆ ਤੇ ਉਸ ਤੋਂ ਬਾਅਦ ਬਾਦਸ਼ਾਹ ਨੇ ਫਿਰ ਆਖਿਆ ਵਜ਼ੀਰ ਨੂੰ, ਉਹਨੇ ਕਿਹਾ ਯਾਰ ਉਹ ਕੋਈ ਬੰਦਾ ਨਹੀਂ ਆ ਰਿਹਾ, ਮਤਲਬ ਮੈਨੂੰ ਫੀਲ ਨਹੀਂ ਹੋ ਰਿਹਾ ਕਿ ਮੈਂ ਬਾਦਸ਼ਾਹ ਹਾਂ, ਕੋਈ ਮੇਰੇ ਕੋਲ ਸ਼ਿਕਾਇਤ ਲਾ ਕੇ ਆਵੇ। ਉਹਨੇ ਕਿਹਾ ਚਲੋ ਜੀ ਠੀਕ ਹੈ ਬਾਦਸ਼ਾਹ ਸਲਾਮਤ। ਉਹਨਾਂ ਨੇ ਉਹਨਾਂ ਨੂੰ ਆਖਿਆ, ਉਹਨੇ ਕਿਹਾ ਵੀ ਹੁਣ ਅੱਗੇ ਤੁਸੀਂ 5 ਲਿੱਤਰ ਮਾਰਦੇ ਨਾ, ਹੁਣ ਤੁਸੀਂ 10 ਲਿੱਤਰ ਮਾਰਿਆ ਕਰਨ ਜਿਹੜਾ ਇੱਥੋਂ ਲੰਘੇ। ਹੁਣ 10 ਲਿੱਤਰ ਮਾਰਨੇ ਸ਼ੁਰੂ ਕਰ ਦਿੱਤੇ। ਬੰਦੇ ਘੱਟ ਸੀ ਲੇਕਿਨ ਲੰਘਣ ਵਾਲੀ ਤਾਦਾਦ ਜ਼ਿਆਦਾ ਸੀ। ਲਿੱਤਰ ਮਾਰਦੇ ਥੋੜੀ ਉੱਥੇ ਲੇਰ ਉਹਨਾਂ ਦੇਰ ਹੋ ਜਾਇਆ ਕਰੇ। ਉਸ ਤੋਂ ਬਾਅਦ ਇੱਕ ਦਿਨ ਉਹ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਯਾਰ ਬਾਦਸ਼ਾਹ ਸਲਾਮਤ ਦੇ ਕੋਲ ਚੱਲਦੇ ਆ। ਬਾਦਸ਼ਾਹ ਬੜਾ ਖੁਸ਼ ਹੋਇਆ, ਉਹਨੇ ਕਿਹਾ ਵੀ ਮੈਨੂੰ ਲੱਗਦਾ ਹੈ ਕਿ ਮੈਂ ਨਾ ਬਾਦਸ਼ਾਹੀ ਦੇ ਤਖਤ ਦੇ ਉੱਤੇ ਬੈਠਾ ਤੇ ਲੋਕ ਮੇਰੇ ਕੋਲ ਆ ਰਹੇ ਨੇ ਹੁਣ ਨਾ। ਉਹ ਲੋਕ ਸਾਰੇ ਇਕੱਠੇ ਹੋਏ, ਬਾਦਸ਼ਾਹ ਨੇ ਆਖਿਆ, ਉਹਨੇ ਕਿਹਾ ਹਾਂਜੀ ਬਈ, ਪੁੱਛਿਆ ਉਹਨਾਂ ਕੋਲ ਵੀ ਤੁਸੀਂ ਕਿਉਂ ਆਏ। ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ, ਅਸੀਂ ਤੁਹਾਡੇ ਕੋਲ ਫਰਿਆਦ ਲੈ ਕੇ ਆਏ ਆ ਕਿ ਦਰਿਆ ਦੇ ਉੱਤੋਂ ਜਦੋਂ ਅਸੀਂ ਗੁਜ਼ਰਦੇ ਆ, ਪਹਿਲੇ ਤਾਂ ਅਸੀਂ ਵੈਸੇ ਗੁਜ਼ਰ ਜਾਂਦੇ ਸੀਗੇ, ਫਿਰ ਸਾਨੂੰ 5 ਲਿੱਤਰ ਮਾਰਨੇ ਸ਼ੁਰੂ ਕਰ ਦਿੰਦੇ ਨੇ, ਹੁਣ ਸਾਨੂੰ 10 ਲਿੱਤਰ ਕਰ ਦਿੱਤੇ ਨੇ। ਤੇ ਬਾਦਸ਼ਾਹ ਸਲਾਮਤ ਦੀ ਇਲਤਜਾ ਇਹ ਹੈ ਕਿ ਉੱਥੇ ਜਿਸ ਟਾਈਮ ਉਹ ਲਿੱਤਰ ਮਾਰਦੇ ਨਾ ਤੇ ਬੰਦੇ ਅਸੀਂ ਜ਼ਿਆਦਾ ਹੁੰਨੇ ਆ, ਲਿੱਤਰ ਮਾਰਨ ਵਾਲੇ ਘੱਟ ਹੁੰਦੇ ਨੇ ਤੇ ਸਾਨੂੰ ਨਾ ਉੱਥੇ ਬੜਾ ਟਾਈਮ ਲੱਗ ਜਾਂਦਾ। ਤੁਸੀਂ ਇੱਕੋ ਹੀ ਸਾਡੀ ਇਲਤਜਾ ਹੈ ਕਿ ਤੁਸੀਂ ਐਵੇਂ ਕਰੋ, ਉੱਥੇ ਲਿੱਤਰ ਮਾਰਨ ਵਾਲਿਆਂ ਦੀ ਤਾਦਾਦ ਵਧਾ ਦਿਓ ਤਾਂ ਕਿ ਅਸੀਂ ਉੱਥੋਂ ਨਾ ਟਾਈਮ ਨਾਲ ਸਾਨੂੰ ਲਿੱਤਰ ਮਾਰਨ ਤੇ ਅਸੀਂ ਦਰਿਆ ਲੰਘ ਜਾਇਆ ਕਰੀਏ। ਸਾਡਾ ਵੀ ਉਹ ਹਿਸਾਬ ਕਿਤਾਬ ਹੈ ਕਿ ਸਾਡੇ ਲੋਕ ਬਜਾਏ ਇਹ ਕਿ ਆਪਣੇ ਨਾਲ ਹੋਣ ਵਾਲੀ ਜ਼ਿਆਦਤੀ ਦੇ ਉੱਤੇ ਜਿਹੜਾ ਹੈ ਉਹ ਮਤਲਬ ਇਤਜਾਜ ਕਰਨ, ਉਹ ਇਤਜਾਜ ਨਹੀਂ ਕਰਦੇ, ਜਦਕਿ ਉਹ ਕਹਿੰਦੇ ਨੇ ਯਾਰ ਤੁਸੀਂ ਐਵੇਂ ਕਰੋ, ਟੋਲ ਪਲਾਜ਼ੇ ਦੇ ਬੂਥ ਜਿਹੜੇ ਨੇ ਉਹ ਵਧਾ ਦਿਓ ਤਾਂ ਕਿ ਇੱਥੋਂ ਲੋਕ ਆਸਾਨੀ ਨਾਲ ਲੰਘ ਸਕਣ।